ਸੋ ਤੁਸੀਂ ਟਾਟਾ ਬਾਰੇ ਤਾਂ ਇਹ ਜ਼ਰੂਰ ਸੁਣਿਆ ਹੋਵੇਗਾ ਕਿ ਦੇ ਬਿਲਡ ਇੰਡੀਆ। ਕੀ ਤੁਸੀਂ ਇਹ ਜਾਣਦੇ ਹੋ ਹੂ ਸੇਵਡ ਇੰਡੀਆ? ਦਰਅਸਲ ਅੱਜ ਜੋ ਕਈ ਸਾਲ ਪਹਿਲਾਂ ਭਾਰਤ ਬਰਬਾਦੀ ਦੀ ਕਗਾਰ 'ਤੇ ਪਹੁੰਚ ਗਿਆ ਸੀ ਅਤੇ ਸਾਡੇ ਕੋਲ ਫੋਰਨ ਐਕਸਚੇਂਜ ਭਾਵ ਵਿਦੇਸ਼ੀ ਮੁਦਰਾ ਇੰਨੀ ਵੀ ਨਹੀਂ ਸੀ ਕਿ ਦੇਸ਼ ਸਿਰਫ 1 ਮਹੀਨਾ ਵੀ ਕੱਢ ਸਕੇ। ਐਵੇਂ ਦੇ ਮਾਹੌਲ ਵਿੱਚ ਦੇਸ਼ ਦੇ ਅਰਥ ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਨੇ ਵਿੱਤ ਮੰਤਰੀ ਦੀ ਕਮਾਨ ਸੰਭੀ ਅਤੇ ਐਸੇ ਫੈਸਲੇ ਕੀਤੇ ਜਿਸ ਨਾਲ ਦੇਸ਼ ਦੀ ਕਾਇਆ ਪਲਟ ਹੋ ਗਈ। ਅੱਜ ਉਹਨਾਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਹੀ ਦੇਸ਼ ਆਰਥਿਕ ਸੰਕਟ ਵਿੱਚੋਂ ਬਾਹਰ ਨਿਕਲ ਕੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਇਕੋਨਮੀ ਬਣ ਗਿਆ ਹੈ। ਅਤੇ ਕੀ 1991 ਦੇ ਆਰਥਿਕ ਸੰਕਟ ਦੀ ਵਜ੍ਹਾ ਅਤੇ ਕਿਵੇਂ ਮਨਮੋਹਨ ਸਿੰਘ ਨੇ ਦੇਸ਼ ਨੂੰ ਬਰਬਾਦ ਹੋਣ ਤੋਂ ਬਚਾਇਆ, ਚਲੋ ਇਸ ਬਾਰੇ ਤੁਹਾਨੂੰ ਦੱਸਦੇ ਹਾਂ। ਸੋ ਅੱਜ ਜਿਸ ਬੱਤਰ ਹਾਲਤ ਵਿੱਚ ਅਸੀਂ ਸ਼੍ਰੀਲੰਕਾ ਨੂੰ ਦੇਖਦੇ ਹਾਂ, ਬਿਲਕੁਲ ਇਵੇਂ ਦੀ ਹਾਲਤ ਸਾਡੀ 32 ਸਾਲ ਪਹਿਲਾਂ ਹੋਣ ਵਾਲੀ ਸੀ। ਭੁੱਖਮਰੀ ਹਰ ਜਗ੍ਹਾ ਫੈਲੀ ਹੋਈ ਸੀ ਅਤੇ ਮਹਿੰਗਾਈ ਨੇ ਵੀ ਹਰ ਇੱਕ ਦਾ ਲੱਕ ਤੋੜ ਰੱਖਿਆ ਸੀ, ਕਿਉਂਕਿ ਇਨਫਲੇਸ਼ਨ ਰੇਟ ਮਤਲਬ ਮਹਿੰਗਾਈ ਦਰ 13.87% ਤੱਕ ਪਹੁੰਚ ਗਈ ਸੀ। ਉਸ ਸਮੇਂ ਇੰਡੀਆ ਦਾ ਔਸਤ ਜੀਵਨ 58.65 ਸਾਲ ਸੀ, ਜਦ ਕਿ ਪੂਰੀ ਦੁਨੀਆ ਦੀ ਐਵਰੇਜ 65.6% ਸੀ। ਨਾਲ ਹੀ ਭਾਰਤ ਤੀਸਰੇ ਨੰਬਰ 'ਤੇ ਦੁਨੀਆ ਦਾ ਸਭ ਤੋਂ ਜ਼ਿਆਦਾ ਕਰਜ਼ਾ ਲੈਣ ਵਾਲਾ ਦੇਸ਼ ਬਣ ਗਿਆ ਸੀ, ਜਿਸ ਦੇ ਉੱਪਰ 72 ਅਰਬ ਡਾਲਰ ਤੋਂ ਵੀ ਜ਼ਿਆਦਾ ਦਾ ਲੋਨ ਸੀ। ਪਰ ਇਸ ਸਭ ਹਾਲਤ ਵਿੱਚੋਂ ਅਸੀਂ ਕਿਵੇਂ ਬਾਹਰ ਨਿਕਲੇ, ਇਸ ਨੂੰ ਜਾਣਨ ਤੋਂ ਪਹਿਲਾਂ ਇਹ ਜਾਣ ਲੈਂਦੇ ਹਾਂ ਕਿ ਦੇਸ਼ ਕੰਗਾਲੀ ਦੀ ਹਾਲਤ ਤੱਕ ਕਿਵੇਂ ਪਹੁੰਚਿਆ। 1947 ਵਿੱਚ ਜਦ ਅਸੀਂ ਆਜ਼ਾਦੀ ਦੀ ਲੜਾਈ ਤੋਂ ਬਾਅਦ ਜਦ ਸਾਡਾ ਦੇਸ਼ ਆਜ਼ਾਦ ਹੋਇਆ ਸੀ ਤਾਂ ਉਸ ਦੇ ਬਾਅਦ ਵੀ ਦੇਸ਼ ਨੂੰ 3 ਹੋਰ ਯੁੱਧ ਕਰਨੇ ਪਏ, ਜਿਸ ਵਿੱਚ 2 ਪਾਕਿਸਤਾਨ ਨਾਲ ਅਤੇ 1 ਚਾਈਨਾ ਨਾਲ। ਹੁਣ ਸਾਨੂੰ ਸਭ ਨੂੰ ਇਹ ਤਾਂ ਪਤਾ ਹੀ ਹੈ ਕਿ ਜਿਸ ਦੇਸ਼ ਵਿੱਚ ਯੁੱਧ ਚੱਲ ਰਿਹਾ ਹੋਵੇ ਉਸ ਦੀ ਅਰਥ ਵਿਵਸਥਾ ਬਹੁਤ ਤੇਜ਼ੀ ਨਾਲ ਗਿਰਦੀ ਹੈ। ਭਾਰਤ ਨਾਲ ਵੀ ਕੁਝ ਇਵੇਂ ਦਾ ਹੀ ਹੋਇਆ ਅਤੇ ਇਹ ਸਭ ਲੜਾਈਆਂ ਦਾ ਅਸਰ ਸਾਡੇ ਦੇਸ਼ ਦੀ ਅਰਥ ਵਿਵਸਥਾ 'ਤੇ ਪਿਆ ਅਤੇ ਯੁੱਧ ਵਿੱਚ ਲੱਗਣ ਵਾਲੇ ਜ਼ਿਆਦਾ ਤੋਂ ਜ਼ਿਆਦਾ ਸਰੋਤ ਇਕੱਠੇ ਕਰਨ ਲਈ ਵੀ ਸਰਕਾਰੀ ਖਜ਼ਾਨਾ ਖਾਲੀ ਹੋਣ ਲੱਗਾ ਅਤੇ ਇਸ ਸਭ ਦਾ ਅਸਰ ਕੁਝ ਸਮੇਂ ਦੌਰਾਨ ਹੀ ਭਾਰਤ ਦੀ ਅਰਥ ਵਿਵਸਥਾ 'ਤੇ ਦੇਖਣ ਨੂੰ ਮਿਲਣ ਲੱਗਾ। ਇਹ ਜੰਗ ਹੀ ਇਕੱਲਾ ਕਾਰਨ ਨਹੀਂ ਸੀ ਦੇਸ਼ ਦੀ ਅਰਥ ਵਿਵਸਥਾ ਹਿਲਾਉਣ ਲਈ, ਬਲਕਿ ਇਸ ਦੀ ਵਜ੍ਹਾ ਬਣਾਈਆਂ ਗਈਆਂ ਕੁਝ ਨੀਤੀਆਂ ਵੀ ਸਨ ਅਤੇ ਜੋ ਬਣਾਈਆਂ ਗਈਆਂ ਸੀ ਅੰਗਰੇਜ਼ਾਂ ਵੱਲੋਂ। ਜਦ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਕਾਰੋਬਾਰ ਕਰਨ ਆਈ ਸੀ, ਪਰ ਉਹ ਕਾਰੋਬਾਰ ਦੇ ਨਾਲ ਭਾਰਤ 'ਤੇ ਵੀ ਰਾਜ ਕਰਨ ਲੱਗੀ। ਇਸੇ ਦੇ ਚੱਲਦੇ ਜਦ ਦੇਸ਼ ਆਜ਼ਾਦ ਹੋਇਆ ਤਾਂ ਇਹੋ ਜਿਹੀਆਂ ਨੀਤੀਆਂ ਬਣਾਈਆਂ ਗਈਆਂ ਕਿ ਬਾਹਰ ਤੋਂ ਕੋਈ ਵੀ ਕੰਪਨੀ ਆ ਕੇ ਸਾਡੇ ਦੇਸ਼ ਵਿੱਚ ਇਨਵੈਸਟਮੈਂਟ ਨਹੀਂ ਕਰ ਸਕਦੀ, ਕਿਉਂਕਿ ਸਾਡੇ ਲੀਡਰ ਦੇ ਨਾਲ ਜਨਤਾ ਵੀ ਇਸੇ ਡਰ 'ਚ ਸੀ ਕਿ ਈਸਟ ਇੰਡੀਆ ਕੰਪਨੀ ਵਾਂਗ ਕੋਈ ਹੋਰ ਕੰਪਨੀ ਫਿਰ ਤੋਂ ਦੇਸ਼ 'ਤੇ ਹਾਵੀ ਨਾ ਹੋ ਜਾਵੇ ਅਤੇ ਦੇਸ਼ 'ਤੇ ਕਬਜ਼ਾ ਨਾ ਕਰ ਲਵੇ, ਜਿਸ ਨਾਲ ਦੇਸ਼ ਫਿਰ ਤੋਂ ਗੁਲਾਮ ਹੋ ਜਾਵੇ। ਅਤੇ ਇਸੇ ਨੀਤੀਆਂ ਕਾਰਨ ਦੇਸ਼ ਵਿਕਾਸ ਪੱਖੋਂ ਪਿਛੜਾ ਹੋਣ ਲੱਗਾ। ਪਹਿਲਾਂ ਹੀ ਅੰਗਰੇਜ਼ਾਂ ਨੇ ਸਾਡੀ ਅਰਥ ਵਿਵਸਥਾ ਨੂੰ ਖੋਖਲਾ ਕਰ ਦਿੱਤਾ ਸੀ, ਜਿਸ ਦੇ ਸਿੱਟੇ ਵਜੋਂ ਲੋਕਾਂ ਕੋਲ ਇੰਨੇ ਪੈਸੇ ਇਕੱਠੇ ਵੀ ਨਹੀਂ ਸਨ ਕਿ ਫੈਕਟਰੀਆਂ ਲਗਾਈਆਂ ਜਾ ਸਕਣ ਦੇਸ਼ ਵਿੱਚ। ਇਵੇਂ ਵਿੱਚ ਉਦੋਂ ਦੀਆਂ ਜੋ ਵੀ ਜ਼ਰੂਰੀ ਇੰਡਸਟਰੀਆਂ ਸੀ, ਜਿਵੇਂ ਕਿ ਇਨਫਰਾਸਟ੍ਰਕਚਰ, ਟੈਲੀਕਾਮ, ਸਟੀਲ ਔਰ ਮਾਈਨਿੰਗ, ਇਹ ਸਭ ਸਰਕਾਰ ਦੁਆਰਾ ਹੀ ਖੋਲ੍ਹੀਆਂ ਜਾਂਦੀਆਂ ਸੀ ਅਤੇ ਸਰਕਾਰ ਤੋਂ ਇਲਾਵਾ ਕੁਝ ਚੁਣਿੰਦਾ ਐਸੇ ਪੂੰਜੀਪਤੀ ਸੀ ਜੋ ਇਸ ਵਿੱਚ ਹਿੱਸਾ ਪਾ ਰਹੇ ਸਨ। ਇੰਡਸਟਰੀਆਂ ਨਾ ਖੁੱਲ੍ਹਣ ਦੇ ਪਿੱਛੇ ਦਾ ਕਾਰਨ ਤਾਂ ਫੰਡਿੰਗ ਦੀ ਕਮੀ ਸੀ, ਪਰ ਇਸ ਦਾ ਦੂਸਰਾ ਕਾਰਨ ਸੀ ਲਾਇਸੈਂਸ। ਹਾਂ ਜੀ, ਜਦ ਉਸ ਵੇਲੇ ਕਿਸੇ ਨੂੰ ਵੀ ਫੈਕਟਰੀ ਲਗਾਉਣੀ ਹੁੰਦੀ ਸੀ ਤਾਂ ਉਸ ਨੂੰ ਲਾਇਸੈਂਸ ਹਾਸਲ ਕਰਨ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਸ ਵੇਲੇ ਇਹ ਲੰਬਾ ਚੌੜਾ ਪ੍ਰੋਸੈਸ ਹੁੰਦਾ ਸੀ, ਚੀਜ਼ਾਂ ਹੋਣ ਵਿੱਚ ਟਾਈਮ ਲੱਗਦਾ ਸੀ ਅਤੇ ਉੱਪਰੋਂ ਦੀ ਭ੍ਰਿਸ਼ਟਾਚਾਰ ਨੇ ਇਸ ਨੂੰ ਹੋਰ ਵੀ ਮੁਸ਼ਕਲ ਬਣਾਇਆ ਹੋਇਆ ਸੀ। ਅਤੇ ਇਸ ਨਾਲ ਹੋਰ ਇੱਕ ਪਰੇਸ਼ਾਨੀ ਵੀ ਸੀ ਕਿ ਸਰਕਾਰ ਇਹ ਚਾਹੁੰਦੀ ਸੀ ਕਿ ਸਰਕਾਰੀ ਅਦਾਰਿਆਂ ਵਿੱਚੋਂ ਹੀ ਵਾਧਾ ਹੋਵੇ, ਪ੍ਰਾਈਵੇਟ ਕੰਪਨੀਆਂ ਆਪਣੇ ਪੂਰੇ ਪੈਰ ਨਾ ਪਸਾਰਨ, ਕਿਉਂਕਿ ਉਦੋਂ ਸਰਕਾਰ ਨੂੰ ਲੱਗਦਾ ਸੀ ਕਿ ਦੇਸ਼ ਦੀ ਤਰੱਕੀ ਲਈ ਇਹੀ ਸਹੀ ਰਾਸਤਾ ਹੈ। ਇਸੇ ਸੋਚ ਨਾਲ
1950 ਦੇ ਵਿੱਚ ਦੇਸ਼ ਨਾਲ ਸੋਵੀਅਤ ਮਾਡਲ ਲਾਗੂ ਕਰ ਦਿੱਤਾ ਗਿਆ, ਜਿਸ ਦੇ ਤਹਿਤ ਦੇਸ਼ ਦੀ ਸਰਕਾਰ ਹੀ ਇੰਡਸਟਰੀਅਲ ਪ੍ਰੋਡਕਟ ਦੀ ਮਾਤਰਾ ਅਤੇ ਕੀਮਤ ਤੈਅ ਕਰੇਗੀ, ਜਦ ਕਿ ਇਹ ਕੰਮ ਆਮ ਤੌਰ 'ਤੇ ਮਾਰਕੀਟ ਡਿਮਾਂਡ ਦੇ ਤਹਿਤ ਲਾਗੂ ਹੁੰਦਾ ਹੈ ਕਿ ਕਿਹੜਾ ਪ੍ਰੋਡਕਟ ਕਦੋਂ ਅਤੇ ਕਿੰਨੀ ਮਾਤਰਾ ਵਿੱਚ ਬਣਨਾ ਹੈ। ਪਰ ਇਹ ਫੈਸਲਾ ਬਿਊਰੋਕਰੇਟਸ ਅਤੇ ਇਕਨੋਮਿਕ ਗਰੁੱਪ ਵੱਲੋਂ ਲਏ ਜਾਣ ਲੱਗੇ। ਜਿਵੇਂ ਕਿ ਕੋਈ ਸਕੂਟਰ ਬਣਾਉਣ ਵਾਲੀ ਕੰਪਨੀ ਉਹ ਕਿੰਨੇ ਸਕੂਟਰ ਤਿਆਰ ਕਰੇਗੀ, ਉਹ ਮਾਰਕੀਟ ਨਹੀਂ ਸੀ ਤੈਅ ਕਰਦੀ ਜਾਂ ਮਾਰਕੀਟ ਦੀ ਡਿਮਾਂਡ ਅਨੁਸਾਰ ਨਹੀਂ, ਬਲਕਿ ਸਰਕਾਰ ਦੁਆਰਾ ਤੈਅ ਕੀਤਾ ਜਾਣ ਲੱਗਿਆ। ਉਦਾਹਰਨ ਦੇ ਤੌਰ 'ਤੇ ਕਿ ਇੱਕ ਸਕੂਟਰ ਕੰਪਨੀ ਜੇ ਕਹਿ ਦੇਵੇ ਕਿ ਸਾਡੀ ਸ਼ਮਤਾ 5000 ਸਕੂਟਰ ਤਿਆਰ ਕਰਨ ਦੀ ਹੈ, ਤਾਂ ਸਰਕਾਰ ਉਦੋਂ ਕਹਿੰਦੀ ਸੀ ਕਿ ਸਿਰਫ 500 ਹੀ ਸਕੂਟਰ ਤਿਆਰ ਕਰੋ, ਅਤੇ ਦੂਸਰੇ ਦੇਸ਼ ਤੋਂ ਕਿੰਨਾ ਕੱਚਾ ਮਾਲ ਲਿਆਂਦਾ ਜਾਏਗਾ ਅਤੇ ਉਸ ਦੀ ਕੀਮਤ ਕੀ ਹੋਏਗੀ, ਇਹ ਸਭ ਸਰਕਾਰ ਤੈਅ ਕਰਦੀ ਸੀ। ਇਸੇ ਸਭ ਵਜ੍ਹਾ ਕਾਰਨ ਸਾਡੇ ਦੇਸ਼ ਦੀ ਅਰਥ ਵਿਵਸਥਾ ਡੁੱਬਣ ਲੱਗੀ ਸੀ, ਅਤੇ ਫਿਰ ਐਵੇਂ ਦਾ ਹੀ ਵਕਤ ਬੀਤਿਆ ਅਤੇ ਆਇਆ 1985, ਜਿਸ ਵਿੱਚ ਚੀਜ਼ਾਂ ਹੋਰ ਵੀ ਮੁਸ਼ਕਲ ਹੋ ਗਈਆਂ। ਉਸ ਵੇਲੇ ਭਾਰਤ ਦਾ ਸਭ ਤੋਂ ਵੱਡਾ ਸਾਥ ਦੇਣ ਵਾਲਾ ਸੀ ਸੋਵੀਅਤ ਯੂਨੀਅਨ, ਜਿਸ ਨੂੰ USSR ਵੀ ਕਿਹਾ ਜਾਂਦਾ ਸੀ। ਇਹ ਆਮ ਤੌਰ 'ਤੇ 14 ਤੋਂ 15 ਦੇਸ਼ਾਂ ਦਾ ਇੱਕ ਇਕੱਠਾ ਸਮੂਹ ਸੀ ਜੋ ਉਸ ਸਮੇਂ ਵੱਖੋ ਵੱਖ ਹੋ ਗਿਆ, ਜਿਸ ਦੇ ਵਜੋਂ ਇੰਡੀਆ ਅਤੇ ਰਸ਼ੀਆ ਦੇ ਰਿਸ਼ਤੇ ਵੀ ਕੁਝ ਚਿਰ ਲਈ ਖਰਾਬ ਹੋ ਗਏ, ਜਿਸ ਦਾ ਅਸਰ ਵੀ ਅਰਥ ਵਿਵਸਥਾ 'ਤੇ ਪਿਆ, ਕਿਉਂਕਿ ਰਸ਼ੀਆ ਭਾਰਤ ਨੂੰ ਟੈਕਨੋਲੋਜੀ ਅਤੇ ਟ੍ਰੇਡ ਦੇ ਖੇਤਰ ਵਿੱਚ ਕਈ ਤਰ੍ਹਾਂ ਦੀ ਮਦਦ ਕਰ ਰਿਹਾ ਸੀ। ਇਸ ਤੋਂ ਬਾਅਦ ਆਇਆ 1990, ਜਦ ਗਲਫ ਵਾਰ ਸ਼ੁਰੂ ਹੋ ਗਿਆ, ਜਿਸ ਵਿੱਚ ਅਮਰੀਕਾ ਸਹਿਤ 32 ਹੋਰ ਦੇਸ਼ ਸ਼ਾਮਿਲ ਹੋਏ। ਹੁਣ ਜ਼ਿਆਦਾਤਰ ਪੈਟਰੋਲੀਅਮ ਗਲਫ ਤੋਂ ਹੀ ਮੰਗਵਾਏ ਜਾਂਦੇ ਸੀ। ਇਸ ਵਜ੍ਹਾ ਨਾਲ ਇਸ ਦਾ ਅਸਰ ਭਾਰਤ 'ਤੇ ਵੀ ਹੋਇਆ। ਸਿੱਟੇ ਵਜੋਂ ਤੇਲ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ, ਅਤੇ ਜਿਸ ਦਾ ਸਿੱਧਾ ਅਸਰ ਗਲਫ ਕੰਪਨੀ ਵਿੱਚ ਕੰਮ ਕਰ ਰਹੇ ਲੋਕਾਂ 'ਤੇ ਵੀ ਹੋਇਆ। ਇਸ ਦੇ ਸਿੱਟੇ ਵਜੋਂ ਦੇਸ਼ ਦੀ ਹਾਲਤ ਇਵੇਂ ਦੀ ਹੋ ਗਈ ਸੀ ਕਿ ਇੰਪੋਰਟ ਕਰਨ ਲਈ ਦੇਸ਼ ਕੋਲ ਸਿਰਫ 2500 ਕਰੋੜ ਹੀ ਨੈਕਸਸ ਬਚਿਆ ਸੀ। ਇਸ ਸਭ ਤੋਂ ਬਾਅਦ ਵੋਟਾਂ ਹੋਈਆਂ ਅਤੇ ਕਾਂਗਰਸ ਦੀ ਸਰਕਾਰ ਬਣੀ ਅਤੇ PM ਬਣੇ PV ਨਰਸਿਮਹਾ ਰਾਓ, ਅਤੇ ਇਸ ਦੌਰਾਨ ਉਹਨਾਂ ਨੇ PM ਬਣਨ ਦੀ ਖੁਸ਼ੀ ਨਾ ਮਨਾਉਂਦੇ ਹੋਏ ਪਹਿਲੇ ਦਿਨ ਹੀ ਕੈਬਨਿਟ ਸੈਕਟਰੀ ਨੂੰ ਬੁਲਾ ਕੇ ਇਹ ਪੁੱਛਿਆ ਕਿ ਦੇਸ਼ ਦਾ ਹਾਲ ਕੀ ਹੈ, ਕੀ ਇਹ ਸੱਚਮੁੱਚ ਇੰਨੀ ਮਾੜੀ ਹਾਲਤ ਵਿੱਚ ਹੈ ਜਿੰਨਾ ਖਬਰਾਂ ਵਿੱਚ ਦਿਖਾਇਆ ਜਾ ਰਿਹਾ ਹੈ। ਤੇ ਇਸ 'ਤੇ ਕੈਬਨਿਟ ਸੈਕਟਰੀ ਦਾ ਜਵਾਬ ਸੀ ਕਿ ਨਹੀਂ ਸਰ, ਹਾਲ ਤਾਂ ਇਸ ਤੋਂ ਵੀ ਜ਼ਿਆਦਾ ਬੁਰਾ ਹੈ, ਅਤੇ ਸਾਡੇ ਕੋਲ ਇੰਨੀ ਹੀ ਵਿਦੇਸ਼ੀ ਮੁਦਰਾ ਬਚੀ ਹੈ ਜਿਸ ਨਾਲ ਅਸੀਂ ਅਗਲੇ 3 ਹਫ਼ਤੇ ਹੀ ਚੀਜ਼ਾਂ ਮੰਗਵਾ ਸਕਦੇ ਹਾਂ। ਅਗਰ ਸਹੀ ਫੈਸਲੇ ਨਾ ਲਏ ਗਏ ਤਾਂ ਹੋ ਸਕਦਾ ਦੇਸ਼ ਨੂੰ ਬੈਂਕ ਕਰਪਟ ਵੀ ਘੋਸ਼ਿਤ ਕਰਨਾ ਪੈ ਜਾਵੇ। ਇਸ ਤੋਂ ਬਾਅਦ PM ਨੇ ਫੌਰਨ ਹੀ ਡਾਕਟਰ ਮਨਮੋਹਨ ਸਿੰਘ ਨੂੰ ਫੋਨ ਕਰਕੇ ਬੁਲਾਇਆ, ਜੋ ਪਹਿਲਾਂ RBI ਦੇ ਗਵਰਨਰ ਅਤੇ ਫਾਈਨੈਂਸ ਸੈਕਟਰੀ ਰਹਿ ਚੁੱਕੇ ਸੀ। PM ਨੇ ਡਾਕਟਰ ਮਨਮੋਹਨ ਸਿੰਘ ਨੂੰ ਫਾਈਨੈਂਸ ਮਿਨਿਸਟਰ ਬਣਾ ਦਿੱਤਾ ਅਤੇ ਕਿਹਾ ਕਿ ਦੇਸ਼ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੁਣ ਤੁਹਾਡੀ ਹੈ। ਅਤੇ ਠੀਕ ਇਸ ਤੋਂ 1 ਮਹੀਨੇ ਬਾਅਦ ਡਾਕਟਰ ਮਨਮੋਹਨ ਸਿੰਘ ਨੇ ਐਸਾ ਬਜਟ ਪੇਸ਼ ਕੀਤਾ ਕਿ ਜਿਸ ਨਾਲ ਦੇਸ਼ ਦੀ ਕਾਇਆ ਪਲਟ ਹੋ ਗਈ, ਅਤੇ ਜਿਹੜਾ ਭਾਰਤ ਉਸ ਸਮੇਂ ਕੰਗਾਲੀ ਦੇ ਰਾਹ 'ਤੇ ਖੜਾ ਸੀ, ਅੱਜ ਉਹੀ ਨਵੀਆਂ ਮਿਸਾਲਾਂ ਪੇਸ਼ ਕਰ ਰਿਹਾ ਹੈ। ਤਾਂ ਆਖਿਰ ਕੀ ਕੀਤਾ ਸੀ ਡਾਕਟਰ ਮਨਮੋਹਨ ਸਿੰਘ ਨੇ, ਜਿਸ ਦਾ ਅਸਰ ਦੇਸ਼ ਦੀ ਅਰਥ ਵਿਵਸਥਾ 'ਤੇ ਪਿਆ? ਚਲੋ ਜਾਣਦੇ ਹਾਂ। ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਲਾਇਸੈਂਸ ਰਾਜ ਨੂੰ ਖਤਮ ਕੀਤਾ ਅਤੇ ਕੰਪਨੀਆਂ 'ਤੇ ਜੋ ਨਿਰਧਾਰਤ ਚੀਜ਼ਾਂ ਤਿਆਰ ਕਰਨ ਦੀ ਬੰਦਿਸ਼ ਸੀ, ਉਹ ਹਟਾ ਦਿੱਤੀ। ਦੂਸਰਾ ਬਦਲਾਅ ਇੰਪੋਰਟ ਐਕਸਪੋਰਟ ਯਾਨੀ ਆਯਾਤ ਨਿਰਯਾਤ ਵਿੱਚ ਕੀਤਾ ਗਿਆ, ਜਿਸ ਵਿੱਚ ਕਾਫੀ ਐਸੀਆਂ ਚੀਜ਼ਾਂ ਸੀ ਜਿਸ ਦੀ ਇੰਪੋਰਟ 'ਤੇ ਰੋਕ ਲੱਗੀ ਹੋਈ ਸੀ, ਉਸ ਨੂੰ ਹਟਾਇਆ ਗਿਆ, ਅਤੇ ਜਿਹੜੇ ਇੰਪੋਰਟ ਕੀਤੇ ਜਾਂਦੇ ਸੀ ਉਸ ਵੇਲੇ ਉਸ 'ਤੇ ਵੀ ਕਾਫੀ ਟੈਕਸ ਦੇਣਾ ਪੈਂਦਾ ਸੀ, ਜਿਸ ਨਾਲ ਆਮ ਇਨਸਾਨ ਦੀ ਪਹੁੰਚ ਤੋਂ ਪਰੇ ਸੀ ਉਹ ਚੀਜ਼ਾਂ। ਅਤੇ ਇਸ ਤੋਂ ਬਾਅਦ ਇੱਕ ਲਿਸਟ ਤਿਆਰ ਹੋਈ ਕਿ ਇਹਨਾਂ ਕੁਝ ਕੁ ਚੀਜ਼ਾਂ ਤੋਂ ਇਲਾਵਾ ਤੁਸੀਂ ਹਰ ਇੱਕ ਚੀਜ਼ ਇੰਪੋਰਟ ਕਰ ਸਕਦੇ ਹੋ। ਅਤੇ ਉਸ ਸਮੇਂ ਤੋਂ ਪਹਿਲਾਂ ਜੋ ਇੰਡਸਟਰੀਅਲ ਪੋਲਿਸੀ ਸੀ ਉਹ ਵੀ ਫੇਲ ਸੀ, ਜਿਸ ਦੇ ਚੱਲਦੇ ਡਾਕਟਰ ਮਨਮੋਹਨ ਸਿੰਘ ਨੇ ਬਾਹਰੀ ਇਨਵੈਸਟਮੈਂਟ ਨੂੰ ਚਾਲੂ ਕਰ ਦਿੱਤਾ, ਜਿਸ ਨਾਲ ਹੋਰ ਵਧੀਆ ਟੈਕਨੋਲੋਜੀ ਅਤੇ ਫੰਡ ਮਿਲ ਸਕਣ।
ਉਹਨਾਂ ਨੇ ਬਾਹਰਲੇ ਲੋਕਾਂ ਨੂੰ ਭਾਰਤ ਵਿੱਚ 51% ਤੱਕ ਇਨਵੈਸਟ ਕਰਨ ਦੀ ਅਨੁਮਤੀ ਦਿੱਤੀ। ਨਾਲ ਹੀ ਬਾਹਰਲੀਆਂ ਕੰਪਨੀਆਂ ਨੂੰ ਆਪਣੀਆਂ ਕੰਪਨੀਆਂ ਲਗਾਉਣ ਵਿੱਚ ਸਰਕਾਰ ਵੱਲੋਂ ਮਦਦ ਮਿਲੀ, ਜਿਸ ਤੋਂ ਬਾਅਦ ਸੈਮਸੰਗ, ਵੋਡਾਫੋਨ, ਪੈਪਸੀ ਵਰਗੀਆਂ ਕਈ ਕੰਪਨੀਆਂ ਨੇ ਭਾਰਤ ਵਿੱਚ ਆਪਣੀਆਂ ਇੰਡਸਟਰੀਆਂ ਲਗਾਈਆਂ। ਹੁਣ ਡਾਕਟਰ ਮਨਮੋਹਨ ਸਿੰਘ ਦੇ ਆਉਣ ਤੋਂ ਪਹਿਲਾਂ ਕਈ ਐਸੇ ਸੈਕਟਰ ਸੀ ਜਿਸ ਨੂੰ ਪਬਲਿਕ ਸੈਕਟਰ ਕੰਪਨੀ ਲਈ ਰਿਜ਼ਰਵ ਕਰਕੇ ਰੱਖਿਆ ਹੋਇਆ ਸੀ, ਜਿਸ ਦੀ ਉਦਾਹਰਣ ਹੈ ਟੈਲੀਕਾਮ। ਪਰ 1991 ਤੋਂ ਬਾਅਦ ਇਹ ਵੀ ਹਟਾ ਦਿੱਤਾ ਗਿਆ ਅਤੇ ਸਭ ਨੂੰ ਇਜਾਜ਼ਤ ਦੇ ਦਿੱਤੀ ਗਈ ਕਿ ਕੋਈ ਵੀ ਇਸ ਸੈਕਟਰ ਵਿੱਚ ਆਪਣਾ ਬਿਜ਼ਨਸ ਚਲਾ ਸਕਦਾ ਹੈ। ਸੋ ਇਹ ਸੀ ਨੀਤੀਆਂ ਅਤੇ ਉਸ ਵਿੱਚ ਕੀਤੇ ਗਏ ਬਦਲਾਅ, ਜਿਸ ਨੇ ਦੇਸ਼ ਨੂੰ ਬੈਂਕ ਕਰਪਟ ਹੋਣ ਤੋਂ ਬਚਾਇਆ ਅਤੇ ਅੱਜ ਵੀ ਉਹਨਾਂ ਨੀਤੀਆਂ 'ਤੇ ਚੱਲ ਕੇ ਅੱਜ ਭਾਰਤ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਅਰਥ ਵਿਵਸਥਾ ਵਾਲਾ ਦੇਸ਼ ਬਣ ਗਿਆ ਹੈ। ਇਸੇ ਲਈ ਦੇਸ਼ ਮਨਮੋਹਨ ਸਿੰਘ ਦੀਆਂ ਨੀਤੀਆਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ। ਇਸ ਨਾਲ ਅਸੀਂ ਕਿਸੇ ਪਾਰਟੀ ਨੂੰ ਪ੍ਰਮੋਟ ਨਹੀਂ ਕਰ ਰਹੇ, ਬਲਕਿ ਕਿਸੇ ਇੱਕ ਵਿਅਕਤੀ ਨੂੰ ਇਸ ਦਾ ਕ੍ਰੈਡਿਟ ਦੇ ਰਹੇ ਹਾਂ ਜੋ ਸੱਚਮੁੱਚ ਤਾਰੀਫ ਦੇ ਕਾਬਿਲ ਹੈ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਅਗਰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਮਿਲਦੇ ਹਾਂ ਕੱਲ੍ਹ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ ਜੀ।